ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਕੋ, ਤੂੰ ਠਾਕੁਰ ਊਚ ਭਗਵਾਨਾ। ਫਿਰਤ ਫਿਰਤ ਪ੍ਰਭ ਹਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਏ ਹੋ। ਤੇਰੇ ਪਰੋਸੇ ਪਿਆਰੇ ਮੈਂ ਲਾਡ ਲਗਾਇਆ। ਭੁਲੇ ਚੁਕੇ ਬਾਰਕ ਤੂੰ ਹਰ ਪਿਤਾ ਮਾਇਆ। ਚਵਰ ਛਤਰ ਤਖਤ ਮਾਲਿਕ ਅੰਤਰਜਾਮੀ ਲੋਕ ਪਰਲੋਕ ਦੇ ਸਹਾਈ ਪਾਰ ਬ੍ਰਹਮ ਪਰਮੇਸ਼ਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਆਓ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਠਾਨਕੋਟ ਸ਼ੁਕਰਾਨਾ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਸਦਕਾ ਦੂਰੋਂ ਨੇੜਿਓਂ ਚੱਲ ਕਰਕੇ ਸਤਿਗੁਰਾਂ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਹੋ। ਸਰਨਾ ਪਰਿਵਾਰ ਨੂੰ ਸਤਿਗੁਰਾਂ ਨੇ ਖੁਸ਼ੀਆਂ ਦਾ ਸੁਭਾਗ ਸਮਾਂ ਬਖਸ਼ਿਆ। ਆਓ ਸਤਿਗੁਰੂ ਦੀ ਵਡਿਆਈ ਕਹਿ ਕਰਕੇ ਸੁਣ ਕਰਕੇ ਸਤਿਗੁਰਾਂ ਦੇ ਦਰੋਂ ਘਰੋਂ ਖੁਸ਼ੀਆਂ ਪ੍ਰਾਪਤ ਕਰਨਾ ਕਰੀਏ। ਜਿਵੇਂ ਸਾਧ ਸੰਗਤ ਜੀ ਆਉਣ ਵਾਲੇ ਦਿਨਾਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦਾ ਸ਼ਹੀਦੀ ਪੁਰਬ ਆ ਰਿਹਾ ਹੈ। ਆਓ ਜਿਨ੍ਹਾਂ ਗੁਰੂ ਕੇ ਪਿਆਰਿਆਂ ਨੇ ਸਤਿਗੁਰੂ ਨਾਲ ਪਿਆਰ ਕੀਤਾ, ਉਹਨਾਂ ਦਾ ਪਾਵਨ ਇਤਿਹਾਸ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਵਾਸਾਂ ਨੂੰ ਸਫਲਾ ਬਣਾਉਣਾ ਕਰੀਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਹਨ। ਔਰ ਉਸ ਪਾਵਨ ਸਥਾਨ ਤੇ ਸਤਿਗੁਰਾਂ ਦਾ ਅਵਤਾਰ ਹੋਇਆ, ਜਿਹਨੂੰ ਅੱਜ ਅਸੀਂ ਗੁਰੂ ਕੇ ਮਹਿਲ ਕਹਿ ਕੇ ਪੁਕਾਰਦੇ ਹਾਂ। ਆਖੋ ਸਤਨਾਮ। ਜਿੱਥੇ ਧੰਨ ਗੁਰੂ ਰਾਮਦਾਸ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਿਵਾਸ ਹੋਇਆ, ਉਸੇ ਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਹੋਇਆ। ਤੇ ਉਸ ਸਥਾਨ ਨੂੰ ਅਸੀਂ ਬੜੇ ਪਿਆਰ ਭਾਵਨਾ ਸਹਿਤ ਗੁਰੂ ਦਾ ਮਹਿਲ ਕਹਿ ਕੇ ਪੁਕਾਰਦੇ ਹਾਂ, ਦੀਦਾਰ ਕਰਦੇ ਹਾਂ। ਅੱਜ ਵੀ ਜਿਹੜੇ ਗੁਰੂ ਕੇ ਸਿੱਖ ਉੱਥੇ ਜਾਂਦੇ ਆ, ਉਹ ਭਾਵ ਆਪਣੇ ਅੰਦਰ ਬਣਾਉਂਦੇ ਆ। ਸਾਧ ਸੰਗਤ ਜੀ, ਉਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਦੋਂ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਆਉਣਾ, ਦੇਖੋ ਕਿੰਨੇ ਅੰਦਰ ਸਤਿਗੁਰੂ ਦੇ ਨਿਮਰਤਾ ਹੈ। ਜਦੋਂ ਵੀ ਸੰਗਤ ਵਿੱਚ ਆਉਣਾ, ਗੁਰੂ ਸਾਹਿਬ ਨੂੰ ਸੀਸ ਨਿਵਾਉਣਾ ਤੇ ਕਹਿੰਦੇ ਅੱਖਾਂ ਨੀਵੀਆਂ ਰੱਖਣਾ। ਆਪੋ ਸਤਨਾਮ। ਜਦੋਂ ਵੀ ਗੁਰੂ ਹਰਗੋਬਿੰਦ ਸਾਹਿਬ ਕੋਲ ਆਉਣਾ ਤੇ ਅੱਖਾਂ ਨੀਵੀਆਂ ਰੱਖਣੀਆਂ, ਕਦੇ ਅੱਖਾਂ ਉੱਪਰ ਨਾ ਚੜ੍ਹਨੀਆਂ।
ਤੇ ਸਾਧ ਸੰਗਤ ਜੀ ਕਦੇ ਕਦੇ ਉੱਚਾ ਨਹੀਂ ਬੋਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਜਦੋਂ ਐਸੀ ਨਿਮਰਤਾ ਸੀਸ ਝੁਕਾ ਕਰਕੇ ਨੀਚੇ ਰਹਿਣਾ ਤੇ ਬਾਬਾ ਬਿਧੀ ਚੰਦ ਨੇ ਪੁੱਛ ਲਿਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਿ ਸੱਚੇ ਪਾਤਸ਼ਾਹ ਜੀ ਤੁਹਾਡੇ ਸਭ ਤੋਂ ਛੋਟੇ ਸਾਹਿਬਜ਼ਾਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਵੀ ਆਉਂਦੇ ਆ ਨੇਤਰ ਨੀਵੇਂ ਰੱਖਦੇ ਆ, ਸੀਸ ਝੁਕਾਉਂਦੇ ਆ, ਕਦੇ ਉੱਚਾ ਨਹੀਂ ਬੋਲਦੇ, ਸਦਾ ਵਿਰਾਗ ਵਿੱਚ ਪਿਆਰ ਵਿੱਚ ਰਹਿੰਦੇ, ਮਹਾਰਾਜ ਐਸਾ ਕੀ ਕਾਰਨ ਹੈ? ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਅਗਲੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਏ ਤੇ ਪੁੱਛਿਆ ਪੁੱਤਰ ਜੀ ਜਦੋਂ ਵੀ ਤੁਸੀਂ ਸਾਨੂੰ ਮਿਲਣ ਆਉਂਦੇ ਹੋ, ਸਾਡੇ ਦੀਦਾਰ ਕਰਦੇ ਹੋ, ਤੁਸੀਂ ਕਦੇ ਅੱਖਾਂ ਉੱਪਰ ਨਹੀਂ ਚੱਕਦੇ, ਕਾਰਨ ਕੀ ਹੈ? ਕਿਤੇ ਉਹ ਬਚਨ ਸਾਡੇ ਹਿਰਦੇ ਵਿੱਚ ਵਸਦੇ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਹੱਥ ਜੋੜੇ ਤੇ ਸਾਧ ਸੰਗਤ ਜੀ ਬਚਨ ਕੀਤਾ ਕਿ ਸੱਚੇ ਪਾਤਸ਼ਾਹ ਜੀ ਤੁਸੀਂ ਅੰਦਰ ਦੇ ਸਾਰੇ ਅਵਗੁਣ ਜਾਣਦੇ ਹੋ, ਉਹ ਆਪਣੀ ਅੱਖਾਂ ਕਿਵੇਂ ਚੱਕ ਸਕਦੇ? ਸੱਚੇ ਪਾਤਸ਼ਾਹ ਜੀ ਮੇਰੇ ਨੇਤਰ ਨੀਵੇਂ ਤਾਂ ਰਹਿੰਦੇ ਆ ਕਿ ਸੱਚੇ ਪਾਤਸ਼ਾਹ ਜੀ ਜਿਹੜੇ ਅੰਦਰ ਦੇ ਅਵਗੁਣ ਜਾਣਦੇ ਉਹਨਾਂ ਦੇ ਸਾਹਮਣੇ ਸੀਸ ਉੱਚਾ ਨਹੀਂ ਚੱਕ ਸਕਦੇ। ਕਿੱਡੇ ਅੰਦਰ ਨਿਮਰਤਾ ਹੋਵੇਗੀ ਗੁਰੂ ਕੇ ਪਿਆਰਿਓ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ 45 ਸਾਲ ਦੀ ਉਮਰ ਹੋਈ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਮਹਾਰਾਜ ਪਿਆਰ ਦੀ ਮੂਰਤੀ ਨੇ, ਬੜਾ ਸਤਿਗੁਰ ਦੇ ਅੰਦਰ ਪਿਆਰ ਹੈ ਪਰ ਕਿਸੇ ਚੀਜ਼ ਦਾ ਮੋਹ ਨਹੀਂ। ਉਹ ਕਿਉਂ? ਕਿਉਂਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਘਰ ਪਾਰ ਬ੍ਰਹਮ ਪਰਮੇਸ਼ਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਆਗਮਨ ਹੋਇਆ ਤੇ ਤਵਾਰੀਖ ਵਿੱਚ ਆਉਂਦਾ ਸਤਿਗੁਰ ਦੀ ਉਮਰ 43 ਸਾਲ, ਭਾਵ ਵਿਆਹ ਤੋਂ 32 ਸਾਲ ਬਾਅਦ ਸਾਧ ਸੰਗਤ ਜੀ ਸਤਿਗੁਰ ਦੇ ਘਰ ਪੁੱਤਰ ਪੈਦਾ ਹੋਇਆ। ਤੇ ਅੱਜ ਦਾ ਸਮਾਂ ਜੇ ਕਿਤੇ 2 ਸਾਲ 5 ਸਾਲ ਬਾਅਦ ਪੁੱਤਰ ਪੈਦਾ ਹੋਵੇ ਤੇ ਸਾਧ ਸੰਗਤ ਕਿੰਨਾ ਸਮਾਂ ਕਿੰਨਾ ਪੈਸਾ ਬਰਬਾਦ ਕਰ ਦਿੰਦੇ ਖੁਸ਼ੀਆਂ ਵਿੱਚ। ਪਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵਿਰਾਗ ਦੀ ਮੂਰਤੀ ਨੇ ਬਹੁਤ ਸਤਿਗੁਰੂ ਅੰਦਰ ਸਾਧ ਸੰਗਤ ਪਿਆਰ ਬੜਾ ਕਰਦੇ ਹੈ ਪਰ ਮਹਾਰਾਜ ਕਿਸੇ ਚੀਜ਼ ਨਾਲ ਮੋਹ ਨਹੀਂ ਕਰਦੇ। ਤਵਾਰੀਖ ਵਿੱਚ ਆਉਂਦਾ ਸਾਧ ਸੰਗਤ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ ਮਿਲਣ ਪਟਨੇ ਦੀ ਧਰਤੀ ਤੇ ਜਾਂਦੇ ਆ ਤੇ ਸਾਧ ਸੰਗਤ ਜੀ 5 ਸਾਲ ਉਮਰ ਇਤਿਹਾਸਕਾਰਾਂ ਨੇ ਲਿਖੀ ਜਦੋਂ ਮਿਲਦੇ ਆ ਕਹਿੰਦੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮਿਲਾਪ ਹੋਇਆ, ਕਹਿੰਦੇ ਉੱਥੇ ਰੁੱਖ ਜਿਹੜੇ ਸਨ ਸੁੱਕੇ ਹੋਏ ਸਨ। ਤੁਸੀਂ ਕਦੇ ਜਾਓ ਨਾ ਪਟਨਾ ਸਾਹਿਬ ਉੱਥੇ ਵੀ ਸਾਧ ਸੰਗਤ ਜੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਗੁਰੂ ਦਾ ਬਾਗ, ਜਿਹੜੇ ਗਏ ਉੱਥੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਹਿਲੀ ਵਾਰੀ ਮਿਲੇ ਆ, ਕਹਿੰਦੇ ਉਹ ਉੱਥੇ ਰੁੱਖ ਸੁੱਕੇ ਹੋਏ ਸਨ ਪਰ ਜਦੋਂ ਪਿਤਾ ਤੇ ਪਿਓ ਮਿਲੇ ਨੇ ਸਾਧ ਸੰਗਤ ਜੀ ਪੁੱਤਰ ਤੇ ਪਿਓ ਮਿਲੇ ਕਹਿੰਦੇ ਉਹ ਰੁੱਖ ਜਿਹੜੇ ਨੇ ਹਰੇ ਹੋ ਗਏ। ਆਖੋ ਸਤਨਾਮ। ਅੱਜ ਵੀ ਉੱਥੇ ਬਾਗ ਸੁਸ਼ੋਭਿਤ ਹੈ, ਗੁਰੂ ਕਾ ਸਾਹਿਬ ਦਾ ਗੁਰਦੁਆਰਾ ਸਾਹਿਬ ਉੱਥੇ ਬਣਿਆ ਹੋਇਆ ਤੇ ਪੱਗ ਸਾਹਿਬਾਨਾਂ ਨੇ ਸਾਧ ਸੰਗਤ ਜੀ ਜਿੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸੀਆਂ ਬਖਸ਼ਿਸ਼ਾਂ ਕੀਤੀਆਂ। ਆਓ ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕਰਕੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਤੱਕ ਜਿਵੇਂ ਵਡਿਆਈ ਕੀਤੀ ਹੈ ਪੱਗ ਸਾਹਿਬਾਨਾਂ ਨੇ, ਗੁਰੂ ਸਾਹਿਬ ਦੇ ਬਾਣੀ ਨੇ, ਫਿਰ ਪਟਨੇ ਦੀ ਧਰਤੀ ਦੇ ਨੇੜੇ ਸਸਰਾਮ ਪਿੰਡ ਪੈਂਦਾ ਹੈ। ਮੈਂ ਤਾਂ ਬੇਨਤੀਆਂ ਕਰ ਰਿਹਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਿੰਨਾ ਪਿਆਰ ਗੁਰੂ ਕੇ ਸਿੱਖਾਂ ਨਾਲ ਕਰਦੇ ਰਹੇ। ਪਹਿਲਾਂ 5 ਪਾਤਸ਼ਾਹੀਆਂ ਤੋਂ ਬੇਨਤੀਆਂ ਕਰ ਜਦੋਂ ਅਸੀਂ ਕਿਸੇ ਰੂਪ ਵਿੱਚ ਵੀ ਕਿਸੇ ਗੁਰੂ ਸਾਹਿਬ ਦਾ ਨਾਮ ਲੈਂਦੇ ਆ ਭਾਵਨਾ ਬਣਾ ਕਰਕੇ ਮਹਾਰਾਜ ਉੱਥੇ ਸਹਾਈ ਹੁੰਦੇ, ਕੇਵਲ ਭਾਵਨਾ ਦੀ ਗੱਲ ਹੈ। ਗੁਰੂ ਪਿਆਰੀ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਅਸੀਂ ਸੁਣਦੇ ਆ, ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਤੀ ਤਰਿਆ ਰੇ, ਗੁਰੂ ਨਾਨਕ ਜੀ ਨੂੰ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਭਰਿਆ। ਕਿ ਜਿਨ੍ਹਾਂ ਨੇ ਵੀ ਗੁਰੂ ਨਾਨਕ ਸਾਹਿਬ ਨੂੰ ਸੁਣਿਆ ਦਰਸ਼ਨ ਕੀਤੇ ਉਹਨਾਂ ਨੂੰ ਗਰਭ ਜੁਨੀ ਤੋਂ ਮੁਕਤੀ ਮਿਲ ਗਈ। ਗੁਰੂ ਅੰਗਦ ਦੇਵ ਸਾਹਿਬ ਬਾਰੇ ਪੱਗ ਸਾਹਿਬਾਨ ਲਿਖਦੇ ਨੇ ਕਾਟੀ ਸਿਰਕ ਦਿਆਲ ਪ੍ਰਭ ਸੇਵ ਜਨ ਲੱਗੇ ਮੁਕਤ ਭਗਤੇ, ਹਰ ਗੁਰੂ ਨਾਨਕ ਜੀ ਨੂੰ ਪਰਸਿਆ ਇਹ ਤੁਮ ਸਦਾ ਮੁਕਤੇ। ਜਿਨ੍ਹਾਂ ਨੇ ਗੁਰੂ ਅੰਗਦ ਦੇਵ ਸਾਹਿਬ ਨੂੰ ਸਿਮਰਿਆ
ਜਿਨ੍ਹਾਂ ਨੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਸੇਵਾ ਕੀਤੀ, ਉਹਨਾਂ ਦਾ ਆਉਣਾ ਸੰਸਾਰ ਤੇ ਸਭ ਸਫਲਾ ਹੋ ਗਿਆ। ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਪਿਤਾ ਜੀ ਦੇ ਬਾਬਤ ਭੱਟ ਸਾਹਿਬਾਨ ਬਚਨ ਕਰਦੇ, ਹੋਵੇ ਸਿੱਧ ਖਸਮ ਦੀ ਨੂਰ ਅਰਸੋ ਪੁਰਸੋ ਚੱਟੀਐ, ਤੁਧ ਜਿੱਥੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਹੁਣ ਗੱਲ ਵਿੱਚ ਵਿਚਾਰ ਇਹ ਹੈ ਕਿ ਜਦੋਂ ਅਸੀਂ ਕਿਸੇ ਵੀ ਪਾਤਸ਼ਾਹ ਦਾ ਵਿਰਾਗ ਵਿੱਚ ਭਾਵਨਾ ਵਿੱਚ ਨਾਮ ਲੈਂਦੇ, ਮੈਂ ਬੇਨਤੀ ਕਰਾਂ ਜਿਵੇਂ ਅੰਮ੍ਰਿਤਸਰ ਸਾਹਿਬ ਦੇ ਵਸਨੀਕ ਲੋਕ ਨੇ, ਉਹ ਕੀ ਕਹਿੰਦੇ ਆ ਜਦੋਂ ਵੀ ਗੱਲ ਕਰਨਗੇ ਉਹ ਕਹਿਣਗੇ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰ। ਹੁੰਦਾ ਹੈ ਨਾ, ਜਿਸ ਨਗਰੀ ਵਿੱਚ ਰਹਿੰਦਾ ਹੋਵੇ ਕੋਈ ਗੁਰੂ ਕਾ ਪਿਆਰਾ, ਉੱਥੋਂ ਦਾ ਜ਼ਿਕਰ ਕਰੇ। ਜਦੋਂ ਅਸੀਂ ਅੰਮ੍ਰਿਤਸਰ ਸਾਹਿਬ ਨਗਰ ਵਾਸੀਆਂ ਦੇ ਕੋਲ ਪੁੱਛਦੇ ਆ, ਗੱਲ ਕਰਦੇ ਆ, ਉਹਨਾਂ ਦੇ ਮੂੰਹ ਤੋਂ ਇੱਕੋ ਹੀ ਗੱਲ ਨਿਕਲਦੀ ਹੈ, ਗੁਰੂ ਰਾਮਦਾਸ ਪਿਤਾ ਕਿਰਪਾ ਕਰਨਾ। ਤੇ ਜਦੋਂ ਦਿੱਲੀ ਵਾਲਿਆਂ ਨਾਲ ਗੱਲ ਕਰੀਏ, ਦਿੱਲੀ ਦੇ ਵਸਨੀਕ ਲੋਕਾਂ ਨਾਲ ਗੱਲ ਕਰੀਏ, ਬਹੁਤ ਦੇਖੇ ਨੇ ਮੈਂ, ਉਹ ਬਚਨ ਕਰਦੇ ਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਰਪਾ ਕਰਨਗੇ, ਬਾਲਾ ਪ੍ਰੀਤਮ ਕਿਰਪਾ ਕਰਨਗੇ। ਜਦੋਂ ਪਟਨੇ ਦੀ ਧਰਤੀ ਦੇ ਰਹਿਣ ਵਾਲੇ ਲੋਕ ਜਦੋਂ ਉੱਥੋਂ ਦੀ ਗੱਲ ਕਰਦੇ ਆ, ਉੱਥੋਂ ਦੇ ਵਸਨੀਕ ਬਚਨ ਕਰਦੇ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਨਗੇ। ਪਰ ਜੋਤ ਇੱਕੋ ਹੀ ਹੈ, ਜੋਤ ਇੱਕੋ ਹੀ ਹੈ, ਸਰੀਰ ਬਦਲੇ ਹੈ। ਮੈਂ ਤਾਂ ਬੇਨਤੀ ਕਰ ਰਿਹਾ ਸਾਧ ਸੰਗਤ ਜੀ, ਕਿ ਸਾਡੇ ਮਨਾਂ ਦਾ ਭਾਵ ਐਸੀ ਕਿਰਪਾ ਗੁਰੂ ਸਾਹਿਬ ਕਰਦੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਨੇ, ਤੀਜੇ ਗੁਰੂ ਅਮਰਦਾਸ ਪਿਤਾ ਜੀ ਦੇ ਬਾਬਤ ਬਚਨ ਭੱਟ ਸਾਹਿਬਾਨਾਂ ਨੇ ਕੀਤੇ ਹੈ, ਤੁਧ ਜਿੱਥੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ। ਚੌਥੇ ਪਾਤਸ਼ਾਹ ਜੀ ਦੇ ਬਾਬਤ ਅਸੀਂ ਰੋਜ਼ ਪੜ੍ਹਦੇ ਹਾਂ। ਜਦੋਂ ਹਰਮੰਦਰ ਸਾਹਿਬ ਕੀਰਤਨ ਆਰੰਭ ਹੁੰਦਾ, ਸਵੇਰ ਤੋਂ ਸ਼ਾਮ ਤੱਕ ਕੋਈ ਨਾ ਕੋਈ ਗੁਰੂ ਕਾ ਪਿਆਰਾ ਜਥਾ ਇਹ ਸ਼ਬਦ ਜ਼ਰੂਰ ਪੜ੍ਹਦਾ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਜਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ, ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰਨ ਸਦਾਰਿਆ। ਸਾਧ ਸੰਗਤ ਜੀ, ਗੁਰੂ ਅਰਜਨ ਸਾਹਿਬ ਬਾਰੇ ਜਦੋਂ ਅਸੀਂ ਪੜ੍ਹਦੇ ਹਾਂ, ਭੱਟ ਸਾਹਿਬਾਨ ਕਹਿੰਦੇ ਆ, ਤਤ ਵਿਚਾਰਿਆ ਮੰਤਰਾ ਜਗਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਕਰ ਬਣਾਇਓ। ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕੋਈ ਪਰਸਦਾ ਸੇਵਾ ਕਰਦਾ ਹੈ, ਤੇ ਸਾਧ ਸੰਗਤ ਜੀ ਧੰਨ ਗੁਰੂ ਸਾਹਿਬ ਕਿਰਪਾ ਕਰਦੇ ਆ, ਉਹਦਾ ਜੰਮਣ ਮਰਨ ਮਿਲਦਾ। ਆਓ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਿੰਨਾ ਕੁ ਪਿਆਰ ਗੁਰੂ ਕੇ ਸਿੱਖਾਂ ਨਾਲ ਕਰਦੇ ਆ। ਦੇਖੋ, ਕੋਈ ਭਾਵਨਾ ਬਣਾ ਲੇ ਸਾਡੇ ਮਨਾਂ ਵਿੱਚ ਬਣ ਜੇ। ਕਿਤੇ ਸਸਰਾਮ ਪਿੰਡ ਹੈ, ਨਗਰ ਦਾ ਨਾਮ ਸਸਰਾਮ ਹੈ। ਅੱਜ ਵੀ ਜਾਓਗੇ ਗੁਰਦੁਆਰਾ ਸਾਹਿਬ ਬਣਿਆ ਹੋਇਆ, ਪਟਨਾ ਸ਼ਹਿਰ ਦੇ ਨੇੜੇ ਇਹ ਪਿੰਡ ਹੈ, ਨਗਰ ਹੈ, ਪਿੰਡ ਦਾ ਨਾਮ ਸਸਰਾਮ ਹੈ। ਕਹਿੰਦੇ ਜਦੋਂ ਉੱਥੋਂ ਦੇ ਵਸਨੀਕ ਗੁਰੂ ਕੇ ਸਿੱਖ ਕਹਿੰਦੇ ਨੇ, ਭਾਈ ਫੱਗੂ ਗੁਰੂ ਸਾਹਿਬ ਦਾ ਜੋ ਪਾਵਨ ਕਹਿ ਦਈਏ ਕਿ ਸਾਸਨ ਦੀ ਬੁਰਾਈ ਕਰਨੀ, ਉਗਰਾਈ ਕਰਕੇ ਜਿੰਨੀ ਮਾਇਆ ਹੋਣੀ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਤੱਕ ਪਹੁੰਚਾਉਣੀ, ਪੰਜਾਬੀ ਵਿੱਚ ਕਹਿ ਦਈਏ ਹੁੰਡੀ ਕਰਨੀ। ਭਾਈ ਫੱਗੂ ਸਾਰੇ ਨਗਰ ਵਿੱਚ ਭਾਈ ਫੱਗੂ ਨੂੰ ਚਾਚਾ ਫੱਗੂ ਦੇ ਨਾਂ ਤੇ ਕਹਿੰਦੇ ਸੀ। ਤਵਾਰੀਖ ਵਿੱਚ ਆਉਂਦਾ ਸਾਰਾ ਨਗਰ ਕਹਿੰਦਾ ਸੀ ਚਾਚਾ ਫੱਗੂ। ਔਰ ਦੇਖੋ ਗੁਰੂ ਕੇ ਸਿੱਖ ਦਾ ਜੀਵਨ ਕਿਸ ਤਰ੍ਹਾਂ ਦਾ ਹੈ। ਚਾਚਾ ਫੱਗੂ ਨੇ ਨੇੜੇ ਨੇੜੇ ਨਗਰਾਂ ਵਿੱਚ ਜਾ ਕਰਕੇ ਦਰਵਾਜ਼ੇ ਤੇ ਖੜਕਾ ਕਰਕੇ ਕਹਿਣਾ, ਗੁਰੂ ਨਾਨਕ ਦੇ ਘਰ ਦਾ ਚਾਕਰ ਆਇਆ, ਦਸਵੰਧ ਦਿਓ। ਤੇ ਸਾਧ ਸੰਗਤ ਜੀ ਮਾਇਆ ਦੇਣੀ, ਉਹ ਮਾਇਆ ਇਕੱਠੀ ਕਰ ਲੈਣੀ। ਤੇ ਜਿੱਥੇ ਕਿਤੇ ਗੁਟਕੇ ਸਾਹਿਬਾਨਾਂ ਦੀ ਲੋੜ ਹੋਣੀ, ਜਿੱਥੇ ਕਿਤੇ ਸਾਧ ਸੰਗਤ ਜੀਓ ਕੋਈ ਵਸਤਰ ਦੀ ਲੋੜ ਹੋਣੀ, ਉੱਥੇ ਉਹ ਵਸਤਰ ਪਹੁੰਚਾਉਣਾ। ਹੁਣ ਇਸ ਤਰ੍ਹਾਂ ਦੀ ਕਿਰਤ ਕਰਦੇ ਆ। ਭਾਈ ਫੱਗੂ ਨੂੰ ਬੜਾ ਸਮਾਂ ਹੋ ਗਿਆ, ਦਸਵੰਧ ਕਰਨੀ, ਹੁੱਡੀ ਕਰਨੀ, ਭਾਵ ਇੱਕ ਦਿਨ ਘਰ ਵਿੱਚ ਬੈਠੇ ਚਾਚਾ ਫੱਗੂ ਦੇ ਮਨ ਵਿੱਚ ਆਇਆ, ਗੁਰੂ ਤੇਗ ਬਹਾਦਰ ਸਾਹਿਬ ਤੁਸੀਂ ਬੜੀ ਕਿਰਪਾ ਮੇਰੇ ਤੇ ਕੀਤੀ ਹੈ, ਪਰ ਅੱਜ ਇੱਕ ਅਰਦਾਸ ਕਰਦਾ ਸੱਚੇ ਪਾਤਸ਼ਾਹ, ਅੱਜ ਮੇਰੇ ਘਰ ਚਰਨ ਪਾਓ। ਆਖੋ ਸਤਿਨਾਮ। ਹੁਣ ਇਹ ਨਾ ਮਨ ਚ ਨਹੀਂ ਜਾਵੇ ਕਿਸੇ ਦੇ ਕਿ ਹੁਣ ਮਹਾਰਾਜ ਨਹੀਂ ਆਉਂਦੇ, ਹੁਣ ਮਹਾਰਾਜ ਨਹੀਂ ਆਉਂਦੇ। ਨਹੀਂ ਸਾਧ ਸੰਗਤ ਜੀ, ਅੱਜ ਵੀ ਕੋਈ, ਕਿਉਂਕਿ ਮੈਂ ਬਾਅਦ ਵਿੱਚ ਬੇਨਤੀ ਕਰਾਂਗਾ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੋਲ ਮਹਾਰਾਜ ਜੀ ਦੇ ਸਦਾ ਹੀ ਅਟਲ ਨੇ। ਚਾਚਾ ਫੱਗੂ ਅਰਦਾਸ ਕਰਦਾ ਹੈ, ਗੁਰੂ ਤੇਗ ਬਹਾਦਰ ਸਾਹਿਬ ਤੁਸੀਂ ਬੜੀ ਕਿਰਪਾ ਕੀਤੀ ਹੈ ਮੇਰੇ ਤੇ, ਮੈਨੂੰ ਸਿੱਖੀ ਬਖਸ਼ੀ ਹੈ। ਅੱਜ ਅਰਜ਼ ਦੀ ਅਰਦਾਸ ਕਰਦਾ ਸੇਵਕ, ਮਹਾਰਾਜ ਮੇਰੇ ਘਰ ਵਿੱਚ ਚਰਨ ਪਾਓ।
ਮਰਜ ਬਨਾਰਸ ਦੀ ਧਰਤੀ ਤੇ ਬੈਠੇ ਆ। ਚਾਚਾ ਫੱਗੂ ਨੇ ਮਨ ਵਿੱਚ ਇਹ ਅਰਦਾਸ ਕਰ ਦਿੱਤੀ। ਹੁਣ ਅਸੀਂ ਅਰਦਾਸ ਤੇ ਅਸੀਂ ਸਾਰੇ ਕਰਦੇ ਆ, ਪਰ ਜਦੋਂ ਇਹ ਦ੍ਰਿੜਤਾ ਬਣਦੀ ਹੈ, ਅਰਦਾਸ ਵਿਸ਼ਵਾਸ ਤੇ ਆਸ, ਅਰਦਾਸ ਕਰ ਦਿੱਤੀ, ਹੁਣ ਵਿਸ਼ਵਾਸ ਹੋਣਾ ਚਾਹੀਦਾ ਕਿ ਗੁਰੂ ਸਾਹਿਬ ਕਰਨਗੇ। ਇਹ ਆਸ ਸਾਡੇ ਮਨ ਵਿੱਚ ਹੋ ਜਾਏ ਕਿ ਜਿਹੜੀ ਅਰਦਾਸ ਮੈਂ ਕੀਤੀ ਹੈ ਉਹ ਸਤਿਗੁਰੂ ਕਰਨਗੇ, ਇਹ ਕਾਰਜ ਹੋਵੇਗਾ। ਭਾਈ ਫੱਗੂ ਦੇ ਮਨ ਵਿੱਚ ਆਇਆ ਕਿ ਮਹਾਰਾਜ ਆਉਣਗੇ ਤਾਂ ਸਹੀ, ਮੈਂ ਅਰਦਾਸ ਕੀਤੀ ਹੈ। ਹੁਣ ਅਰਦਾਸ ਤੇ ਅਸੀਂ ਵੀ ਕਰਦੇ ਆ, ਪਰ ਸਾਡੇ ਮਨ 'ਚ ਦੁਬਿਧਾ ਹੁੰਦੀ ਹੈ, ਪਤਾ ਨਹੀਂ ਮਹਾਰਾਜ ਕਰਨਗੇ ਕਿ ਨਹੀਂ ਕਰਨਗੇ। ਫੱਗੂ ਦੇ ਮਨ ਵਿੱਚ ਇਹ ਆਸ ਜਾਗੀ ਹੈ ਮਹਾਰਾਜ ਆਉਣਗੇ, ਪਰ ਦਰਵਾਜ਼ਾ ਛੋਟਾ ਕਰਦਾ, ਦਰਵਾਜ਼ਾ ਵੱਡਾ ਬਣਾਉਣਾ। ਪੁਰਾਣਾ ਦਰਵਾਜ਼ਾ ਢਾਹ ਦਿੱਤਾ, ਕਾਰੀਗਰ ਲਿਆਂਦੇ ਦਰਵਾਜ਼ਾ ਵੱਡਾ ਬਣਵਾਇਆ। ਇਹ ਸਤਿਗੁਰੂ ਸਿੱਧੇ ਅੰਦਰ ਆਉਂਦੇ। ਨਗਰ ਵਾਸੀ ਆਏ, ਚਾਚਾ ਫੱਗੂ ਕੀ ਕਾਰਨ ਹੈ, ਦਰਵਾਜ਼ਾ ਢਵਾ ਦਿੱਤਾ, ਕਿੰਨਾ ਵੱਡਾ ਦਰਵਾਜ਼ਾ ਬਣਾਇਆ, ਕਾਰਨ ਕੀ ਹੈ? ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਆਉਣਗੇ। ਆਖੋ ਸਤਿਨਾਮ। ਦੇਖਿਓ ਕਿਤੇ ਪਹਿਰਾਵੇ ਦੀ ਸਿੱਖੀ ਨਾ ਸਾਡੇ ਅੰਦਰ ਰਹਿ ਜਾਏ। ਨਗਰ ਵਾਲੇ ਹੱਸਣ ਲੱਗ ਪਏ, ਕਹਿੰਦੇ ਚਾਚਾ ਫੱਗੂ ਕਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਨਾਰਸ ਦੀ ਧਰਤੀ ਤੇ ਬਾਅਦ ਵਿੱਚ ਆਏ ਆ, ਕਿਉਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਧਰਤੀ। ਇਹ ਚਾਚਾ ਫੱਗੂ ਕਿੱਦਾਂ ਦੀਆਂ ਗੱਲਾਂ ਕਰਦਾ, ਗੁਰੂ ਤੇਗ ਬਹਾਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ, ਤੂੰ ਪਟਨੇ ਦੀ ਧਰਤੀ ਤੇ। ਉਸ ਸਮੇਂ ਸ਼ਾਸਨ ਦੀ ਇੰਨਾ ਕੋਈ ਸਾਧਨ ਨਹੀਂ ਹੁੰਦੇ ਸੀ, ਜਿਵੇਂ ਅੱਜ ਰੇਲ ਗੱਡੀਆਂ ਨੇ, ਹਵਾਈ ਜਹਾਜ਼ ਨੇ, 3 ਘੰਟਿਆਂ ਵਿੱਚ ਬੰਦਾ ਪਹੁੰਚ ਜਾਂਦਾ ਹੈ। ਉਸ ਸਮੇਂ ਇੰਨੇ ਕੋਈ ਸਾਧਨ ਨਹੀਂ ਸੀ। ਨਗਰ ਵਾਲਿਆਂ ਨੇ ਬੜਾ ਸਮਝਾਇਆ, ਚਾਚਾ ਫੱਗੂ ਗੁਰੂ ਸਾਹਿਬ ਨਹੀਂ ਆਉਣਗੇ, ਕਿਉਂਕਿ ਜਿਹੜਾ ਪੈਂਡਾ ਉਹ ਬੜਾ ਲੰਮਾ ਪੈਂਡਾ ਹੈ। ਪਰ ਚਾਚਾ ਫੱਗੂ ਕਹਿੰਦਾ ਕਿ ਗੁਰੂ ਕੀ ਸੰਗਤ ਦੇ ਅੱਗੇ ਬੇਨਤੀ ਕੀਤੀ, ਮੈਂ ਗੁਰੂ ਅੱਗੇ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਜ਼ਰੂਰ ਆਉਣਗੇ। ਸਾਧ ਸੰਗਤ ਜੀ, ਕਵੀ ਰਾਜ ਲਿਖਦੇ ਆ ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਤਾਪ ਗ੍ਰੰਥ ਵਿੱਚ, ਕਹਿੰਦੇ ਚਾਚੇ ਫੱਗੂ ਨੇ ਬੇਨਤੀ ਕੀਤੀ ਸੰਗਤ ਨੂੰ ਕਿ ਮੈਂ ਅਰਦਾਸ ਕੀਤੀ ਹੈ ਗੁਰੂ ਸਾਹਿਬ ਜ਼ਰੂਰ ਆਉਣਗੇ। ਕਹਿੰਦੇ ਨੇ ਵੱਡਾ ਦਰਵਾਜ਼ਾ ਬਣਵਾ ਦਿੱਤਾ। ਇੱਕ ਹੋਰ ਉੱਥੇ ਭਾਈ ਸਾਹਿਬ ਬਰੀਕੀ ਦੀ ਗੱਲ ਕਰਦੇ ਆ, ਕਹਿੰਦੇ ਕਦੇ ਦਰਵਾਜ਼ਾ ਦੁੱਧ ਦੀ ਅਰਦਾਸ ਕੀਤੀ ਹੈ ਬੰਦ ਨਹੀਂ ਕੀਤਾ। ਆਖੋ ਸਤਿਨਾਮ। ਕਿ ਮਹਾਰਾਜ ਸ਼ਾਮ ਨੂੰ ਆਉਣ, ਰਾਤ ਨੂੰ ਆਉਣ, ਸਵੇਰੇ ਆਉਣ, ਪਤਾ ਨਹੀਂ ਮਹਾਰਾਜ ਕਦੋਂ ਆਉਣਗੇ। ਕਹਿੰਦੇ ਨੇ ਸਾਧ ਸੰਗਤ ਜੀ ਇਹਨੇ ਦਰਵਾਜ਼ਾ ਬੰਦ ਨਹੀਂ ਕੀਤਾ ਤੇ ਨਿਤ ਅਰਦਾਸਾਂ ਕਰਦਾ, ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਕਰਕੇ ਮਹਾਰਾਜ ਚਰਨ ਪਾਓ। ਤੇ ਮਹਾਰਾਜ ਨੇ ਅਰਦਾਸ ਪ੍ਰਵਾਨ ਕਰ ਦਿੱਤੀ, ਕਿਉਂਕਿ ਦਰਵਾਜ਼ਾ ਵੱਡਾ ਬਣਾਇਆ ਤੇ ਅਰਦਾਸ ਦੀ ਆਸ ਕਰਕੇ ਸਭ ਕੁਝ ਉੱਚਾ ਰੱਖਿਆ। ਤੇ ਗੁਰੂ ਤੇਗ ਬਹਾਦਰ ਸਾਹਿਬ ਬਨਾਰਸ ਦੀ ਧਰਤੀ ਤੋਂ ਤੁਰ ਪਏ। ਪੈਂਡਾ ਦਰ ਪੈਂਡਾ ਗੁਰੂ ਤੇਗ ਬਹਾਦਰ ਸਾਹਿਬ ਜੀ ਪਿੰਡ ਸਸਰਾਮ ਆ ਗਏ। ਕਿਤੇ ਦੇਖਿਓ ਸਾਧ ਸੰਗਤ ਜੀ, ਸਾਡਾ ਪਿਆਰ ਇਹਨਾਂ ਦਾ ਬਣ ਜੇ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਰਪਾ ਕਰਦੇ ਹਨ। ਮਹਾਰਾਜ ਹੋਰ ਕੁਝ ਨਹੀਂ ਚਾਹੀਦਾ, ਬੜਾ ਕੁਝ ਦਿੱਤਾ ਸਤਿਗੁਰੂ, ਇੱਕ ਸਿੱਖੀ ਮੇਰੇ ਅੰਦਰ ਪੈਦਾ ਕਰ। ਜਦੋਂ ਮਹਾਰਾਜ ਆਏ, ਦਰਵਾਜ਼ਾ ਵੱਡਾ ਸੀ ਤੇ ਸਾਧ ਸੰਗਤ ਜੀ ਜਦੋਂ ਮਹਾਰਾਜ ਦਰਵਾਜ਼ਾ ਲੰਘ ਕੇ ਅੰਦਰ ਗਏ ਤੇ ਕਮਰੇ ਵਿੱਚ ਬੈਠਿਆ ਹੋਇਆ। ਡਾਕਟਰ ਗੰਡਾ ਸਿੰਘ ਲਿਖਦੇ ਅੰਦਰ ਬੈਠਿਆ ਨੂੰ ਦਰਵਾਜ਼ੇ ਦੀ ਖੜਾਵਾਂ ਦੀ ਜਿਵੇਂ ਸਾਧ ਸੰਗਤ ਪੌੜ ਦੀ ਆਵਾਜ਼ ਆਈ ਘੋੜੇ। ਜਦੋਂ ਅੰਦਰ ਆਵਾਜ਼ ਆਈ, ਇਹ ਦੌੜਿਆ ਆਇਆ, ਕੀ ਦੇਖ ਰਿਹਾ? ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਕਿਰਪਾਨ ਭਾਈ ਸਾਹਿਬ ਲਿਖਦੇ ਪਾਈ ਹੋਈ ਸੀ। ਕਹਿੰਦੇ ਵੀ ਕਿਰਪਾਨ ਪਾਈ ਹੋਈ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ। ਕਹਿੰਦੇ ਘੋੜੇ ਤੇ ਸਵਾਰ ਨੇ, ਰਕਾਬ ਵਿੱਚ ਪੈਰ ਹੈ। ਕਹਿੰਦੇ ਜਦੋਂ ਮਹਾਰਾਜ ਨੂੰ ਦੇਖਿਆ ਤੇ ਸਤਿਗੁਰਾਂ ਦੇ ਚਰਨਾਂ ਤੇ ਸੀਸ ਰੱਖ ਦਿੱਤਾ। ਮਹਾਰਾਜ ਨੀਚੇ ਉਤਰੇ, ਕਹਿੰਦੇ ਫੱਗੂ ਤੂੰ ਬੁਲਾਇਆ ਸੀ, ਆ ਗਿਆ। ਹਾਂ ਮਹਾਰਾਜ ਆਓ। ਬੜਾ ਮਾਨ ਸਨਮਾਨ ਕੀਤਾ, ਬਿਠਾਇਆ ਤੇ ਸਾਧ ਸੰਗਤ ਜੀ ਬਿਠਾ ਕਰਕੇ ਮਹਾਰਾਜ ਨੂੰ ਬੇਨਤੀਆਂ ਕੀਤੀ, ਸੱਚੇ ਪਾਤਸ਼ਾਹ ਇਹ ਕਾਰ ਭੇਟਾ ਜਿਹੜੀ ਮੈਂ ਇਕੱਠੀ ਕੀਤੀ, ਇਹ ਜਿਹੜੀ ਗੁਰਾਈ ਦਾ ਸੰਬੰਧ ਇਕੱਠਾ ਕੀਤਾ, ਇਹ ਫਲਾਣੇ ਪਿੰਡ ਦਾ, ਇਹ ਉਸ ਸਿੰਘ ਦਾ, ਇਹ ਉਸ ਸਿੰਘ ਦਾ। ਸਾਧ ਸੰਗਤ ਜੀ ਅੱਜ ਸਾਡਾ ਮਨ ਕਈ ਵਾਰੀ ਬਦਲ ਜਾਂਦਾ ਹੈ, ਪਰ ਸਿੱਖ ਦਾ ਕਿਹੜਾ ਕੁਝ ਕਿਰਦਾਰ ਚਾਚਾ ਫੱਗੂ ਦਾ ਕਿ ਕਦੇ 1 ਰੁਪਏ ਦੀ ਇੱਧਰ ਉੱਧਰ ਹੀਰਾ ਫੇਰੀ ਨਹੀਂ। ਸਾਰੀ ਜਿਹੜੀ ਮਾਇਆ ਹੁੰਦੀ ਕੀਤੀ ਸੀ ਦਾ ਸੰਬੰਧ ਕੱਢਿਆ ਸੀ ਗੁਰੂ ਘਰ ਦਾ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਫੜਾ ਦਿੱਤਾ। ਜਦੋਂ ਇਹ ਸਭ ਕੁਝ ਫੜਾ ਦਿੱਤਾ ਤੇ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬੋਲੇ, ਚਾਚਾ ਫੱਗੂ ਇੱਕ ਸਾਡੀ ਚੀਜ਼ ਤੇਰੇ ਕੋਲ ਹੋਰ ਹੈ। ਦੇਖੋ ਜਦੋਂ ਅਸੀਂ ਗੁਰੂ ਘਰ ਆਉਂਦੇ ਆ ਨਾ, ਸਾਡੇ ਮਨਾਂ ਵਿੱਚ ਬੜੀ ਚਲਾਕੀ ਹੁੰਦੀ ਕਿ ਸਾਡੇ ਵਰਗਾ ਕੋਈ ਸਿਆਣਾ ਨਹੀਂ, ਸਾਡੇ ਵਰਗਾ ਕੋਈ ਚਲਾਕ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਚਾਚਾ ਫੱਗੂ ਸਭ ਦਾ ਸੰਬੰਧ ਦੇ ਦਿੱਤਾ ਤੂੰ,
पर एक दसवंध साडा रहिंदा है। हुण पहली वारी ते चाचा फग्गू कहंदा महाराज जो कुछ सी दे दिता, हुण महाराज कोई नहीं। जदों दूजी वारी महाराज ने कहा एक दसवंध होर है, कार सेवा साडी होर है। हुण साडे वर्गा हुंदा ते उत्थे साध संगत जी गल्लां करदा महाराज होर कोई है नहीं, जो सी दे दिता। पर इत्थे गल बरीकी दी, जदों दूजी वारी गुरु तेग बहादुर साहब ने कहा, चाचा फग्गू के हाथ जुड़ गए, मन में विचार आई मैं गलत हो सकता, गुरु गलत, बोलो सारे गुरु गलत नहीं हो सकता। हुण ये साडे च नहीं हुंदी, साडे असीं तां जुबान जोड़ी करदे हां, बड़ा उच्चा नीवां बोल जांदे हां, पर चाचा फग्गू दे मन में उसे समय गल आई जदों दूजी वारी वचन कीता कि सतगुरु गलत नहीं हो सकता। सच्चे पातशाह दसो मैं भुलनहार हां, किरपा करो महाराज। सच्चे पातशाह कहते हैं वो जिहड़ी सामने बेरी है ना, अज भी उत्थे बेरी है, अज भी बेरी का प्रसाद वंडिया जाता है। जिवें नानकमता साहिब जाइए और कई थावां ते प्रसाद हुंदा है, उत्थे वो बेरी है। जदों ससराम पिंड जाओगे ना, 2 गुरुद्वारे साहिब बने ते उत्थे बेरी का प्रसाद मिलता, क्योंकि गुरु तेग बहादुर साहब जी की कृपा होती। कहते ने गुरु तेग बहादुर साहब ने सारा किया, सारा नगर उत्थे पहुंचया होया सी, क्योंकि किसी दे नगर निवासी को विश्वास नहीं सी कि गुरु तेग बहादुर साहब आउणगे, केवल एक चाचा फग्गू को विश्वास सी महाराज आउणगे। सारा नगर उत्थे उखड़िया ते चाचा फग्गू बेनतियां करदा महाराज मैनूं कोई चेता नहीं, तुसीं दस रहे हो। महाराज कहंदे गुरु तेग बहादुर साहब कहंदे वो जिहड़ी बेरी है वो किहदी है, चेता आ गया। कहंदे हाँ महाराज ये तुहाडी है, भुल हो गई सच्चे पातशाह। ते महाराज कहते फिर ये बेरी इत्थे आई किवें, आ सारी संगत जिहड़ी है ना, नगर वाले खड़े है, इन्हूं सारिआं नूं उस बेरी दा इतिहास दस, हाथ जोड़ ले महाराज। सच्चे पातशाह जी कहते देखो जीवन अज असीं प्रैक्टिकल तौर ते जिहड़ा गुरु साहिबानां दा इतिहास है ना, असीं बात जरूर लैंदे आ, पर जदों किते वो इतिहास साडे मनां विच नहीं बसदा। प्रैक्टिकल तौर पे गुरु साहिबानां दा जिहड़ा जीवन है ना, जिते साडा जीवन बनदा। गुरु तेग बहादुर साहब कहंदे सुना फिर सारिआं नूं। भाई फग्गू कहंदा सच्चे पातशाह जी पिछले समयां विच जिवें मैं हुंडी करन जांदा, हुंडी कहंदे दसवंध कर इकट्ठा करन जांदा। कहंदे सच्चे पातशाह मैं नगरां विच दसवंध इकट्ठा करन जाना, एक समय में एक गुरसिख दे घर चले गया। हुंदा ना कई वारी इदां, कहंदे मैं एक समय एक गुरसिख दे घर गया, गुरसिख घर ना मिले, उहदी घर वाली घर सी। मैं उन्होंने कहा कि मैं गुरु तेग बहादुर साहब के घरों आया, दसवंध दे अगों साध संगत की गरीबी का बड़ा समा सी उस घर में, ते घर वाली कहती साडे घर कुछ नहीं, क्योंकि हुंदा कई बार भी साडे घर कुछ नहीं, असीं तां अगे बड़ी गरीब हां। ते भाई फग्गू कहता महाराज मैं दूजी बारी फिर होका ला दिता दरवाजा खड़का के कि मैं गुरु का सिख हां, मैं दसवंध लैना है, कुछ ते दे। इन्हें फिर मना कर दिता, कहते साडे घर कुछ नहीं। ਜਦੋਂ मैं तीजी बारी गया, कहते वो बोकर मारती पई सी, झाड़ू मारती पई सी, ਜਿਹੜਾ ਉਹਨੇ ਰੇਤ ਸਾਸ ਨੂੰ ਕੂੜਾ ਇਕੱਠਾ ਕੀਤਾ ਹੋਇਆ ਸੀ, ਗੁੱਸੇ ਵਿੱਚ ਆ ਕਰਕੇ ਕਹਿੰਦੇ ਮਹਾਰਾਜ ਉਹ ਮੇਰੀ ਝੋਲੀ ਵਿੱਚ ਪਾ। ਹੁਣ ਅਗਰ ਸਾਡੇ ਨਾਲ ਹੀ ਹੋਵੇ, ਮੇਰੇ ਉੱਤੇ ਵੀ ਕੋਈ ਜ਼ਿਆਦਾ ਕਿਰਪਾ ਨਹੀਂ, ਆਪਾਂ ਸਾਰੇ ਇਕੱਠੇ ਹੀ ਆ, ਜੇ ਹੁਣ ਸਾਡੇ ਨਾਲ ਕਦੇ ਏਦਾਂ ਹੋ ਜਾਵੇ ਅਸੀਂ ਤਾਂ ਬੜਾ ਕੁਝ ਕਰਾਂਗੇ, ਬਹੁਤ ਕੁਝ ਕਰ ਸਕਦੇ, ਕਰ ਦਿੰਦੇ ਹਾਂ ਅਸੀਂ, ਕਿਉਂਕਿ ਸਾਡੇ ਅੰਦਰ ਐਸਾ ਪਿਆਰ ਨਹੀਂ ਗੁਰੂ ਕੀ ਸਿੱਖੀ ਦਾ। ਜਦੋਂ ਚਾਚਾ ਫੱਗੂ ਨੇ ਉਹ ਦੇਖਿਆ ਝੋਲੀ ਅੱਗੇ ਕੀਤੀ, ਉਸ ਸਾਧ ਸੰਗਤ ਜੀ ਬੀਬੀ ਨੇ ਜਿਹੜਾ ਕੂੜਾ ਇਕੱਠਾ ਕੀਤਾ ਹੋਇਆ ਸੀ ਭਾਈ ਫੱਗੂ ਦੀ ਝੋਲੀ ਵਿੱਚ ਪਾ ਦਿੱਤਾ। ਐਡਾ ਕਿ ਹਿਰਦਾ ਨਿਮਰਤਾ ਵਾਲਾ ਹੋਵੇਗਾ ਭਾਈ ਫੱਗੂ ਦਾ, ਮਨ ਵਿੱਚ ਆਇਆ ਇਹਦੇ ਵਿੱਚ ਵੀ ਗੁਰੂ ਸਾਹਿਬ ਦੀ ਕਿਰਪਾ ਹੈ। ਆਖੋ ਸਤਿਨਾਮ, ਇਹਦੇ ਵਿੱਚ ਵੀ ਸਤਿਗੁਰ ਦੀ ਕਿਰਪਾ ਹੀ ਹੈ। ਜੇ ਸਾਡੇ ਵਰਗਾ ਹੁੰਦਾ ਇਹ ਕੀ ਹੈ, ਇਹ ਤਾਂ ਕੂੜਾ, ਇਹ ਤਾਂ ਰੇਤ ਹੈ, ਇਹਦਾ ਕੀ ਕਰਨਾ। ਭਾਈ ਫੱਗੂ ਨੇ ਉਹ ਕਰ ਲਿਆ, ਜਿਹੜੀ ਹੋਰ ਕਾਰਪੇਟਾਂ ਲਿਆਂਦੀ ਸੀ ਲਿਖ ਦਿੱਤੀ, ਇਸ ਪਰਿਵਾਰ ਦੀ ਲਿਖ ਕੇ ਰੱਖ ਦਿੱਤੀ। ਫਿਰ ਮਨ ਵਿੱਚ ਆਈ ਕਿ ਜਿਹੜਾ ਕੂੜਾ ਹੈ, ਜਿਹੜਾ ਇਹ ਰੇਤ ਹੈ, ਮਿੱਟੀ ਹੈ, ਧੂੜ ਹੈ, ਇਹਦਾ ਕੀ ਕਰਾਂਗਾ ਮੈਂ। ਉਹਨੇ ਕੀ ਕੀਤਾ, ਸਾਧ ਸੰਗਤ ਜੀ ਇੱਕ ਬਰਤਨ ਵਿੱਚੋਂ ਮਿੱਟੀ ਪਾ ਦਿੱਤੀ। ਜਦੋਂ ਮਿੱਟੀ ਪਾਈ ਤਾਂ ਉੱਪਰੋਂ ਪਾਣੀ ਪਾ ਦਿੱਤਾ, ਉਹਦੇ ਵਿੱਚ ਸਾਧ ਸੰਗਤ ਜੀ ਬੇਰ ਦੀ ਗਿੱਟ ਸੀ। ਕੀ ਹੋਇਆ, ਇਹ ਮਿਥਿਆਸ ਨਹੀਂ, ਇਤਿਹਾਸ ਹੈ। ਕਦੇ ਪੜ੍ਹ ਕੇ ਦੇਖਿਓ, ਅਸੀਂ ਹੋਰ ਗੱਲਾਂ ਬੜੀਆਂ ਕਰਦੇ ਹਾਂ, ਪਰ ਜਦੋਂ ਜੀਵਨ ਵਾਚੋਗੇ ਗੁਰੂ ਤੇਗ ਬਹਾਦਰ ਸਾਹਿਬ ਦਾ, ਫਿਰ ਆਏਗਾ ਮਹਾਰਾਜ ਹੋਰ ਕੁਝ ਨਹੀਂ ਚਾਹੀਦਾ, ਕਦੇ ਕੁਝ ਨਹੀਂ ਮੰਗੋਗੇ। ਫਿਰ ਇੱਕੋ ਹੀ ਅਰਦਾਸ ਹੋਏਗੀ, ਮਹਾਰਾਜ ਵਿਸਰ ਨਾਹੀ ਦਾਤਾ। ਕਹਿੰਦੇ ਉਹ ਗਿੱਟ ਜਿਹੜੀ ਹੈ ਉਹ ਪਈ। ਹੁਣ ਜਦੋਂ ਉਹ ਹੋ ਗਈ ਹੈ, ਭਾਈ
ਭਾਈ ਫੱਗੂ ਦੇਖਦਾ ਹੈ ਤੇ ਬੇਰੀ ਦੀ ਗਿੜਕ ਹੈ, ਉਹ ਪੇੜ ਵੱਡਾ ਹੋਇਆ ਤੇ ਕਹਿੰਦੇ ਘਰ ਦੇ ਸਾਹਮਣੇ ਲਾ ਦਿੱਤਾ। ਅੱਗੇ ਘਰ ਜ਼ਮੀਨ ਸੀ ਇਹਦੀ ਭਾਈ ਫੱਗੂ ਦੀ, ਉਸ ਦਾਸਾਂ ਦੇ ਵਿਹੜੇ ਤੋਂ ਅੱਗੇ ਜਾ ਕਰਕੇ ਜ਼ਮੀਨ ਵਿੱਚ ਲਾ ਦਿੱਤਾ, ਪੇੜ ਵੱਡਾ ਹੋ ਗਿਆ। ਸੰਗਤ ਨੂੰ ਕਹਿੰਦਾ ਇਹ ਉਹ ਬੇਰ ਹੈ ਜਿਹੜਾ ਉਸ ਗੁਰੂ ਕੇ ਸਿੱਖ ਨੇ ਦਿੱਤਾ ਹੋਇਆ। ਮਹਾਰਾਜ ਇਹ ਤੁਹਾਡੀ ਅਮਾਨਤ ਤੇ ਕਿਰਪਾ ਕਰਕੇ ਪ੍ਰਵਾਨ ਕਰੋ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੱਲ ਬੱਕਰੀ ਵਿੱਚ ਲਿਆ। ਕਿੱਡਾ ਕੋ ਹਿਰਦਾ ਪਵਿੱਤਰ ਹੋਵੇਗਾ, ਕਿੱਡੀ ਕੇ ਅੰਦਰ ਸਿੱਖੀ ਵਸੀ ਹੋਏਗੀ, ਜਿਹੜਾ ਹਿਰਦਾ ਗੁਰੂ ਤੇਗ ਬਹਾਦਰ ਸਾਹਿਬ ਨੇ ਗੱਲ ਬੱਕਰੀ ਵਿੱਚ ਲਿਆ ਹੋਇਆ। ਆਖੋ ਸਤਨਾਮ। ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਮੰਗ ਜੇ ਮੰਗਣਾ ਹੈ। ਅਸੀਂ ਤੇਰੇ ਤੇ ਬੜੇ ਖੁਸ਼ ਹਾਂ। ਦੇਖੋ ਕਿੰਨਾ ਕੁਝ ਹੁੰਦੇ ਆ, ਕਿੰਨੀ ਸਿੱਖੀ ਅੰਦਰ ਹੁੰਦੇ ਆ, ਕਿੰਨੀ ਦ੍ਰਿੜਤਾ ਅੰਦਰ ਹੁੰਦੇ ਆ। ਮਹਾਰਾਜ ਨੇ ਬਚਨ ਕੀਤੇ, ਭਾਈ ਫੱਗੂ ਦਰਵਾਜ਼ਾ ਤੇ ਤਾਂ ਤੇਰਾ ਵੱਡਾ ਹੀ ਹੈ, ਪਰ ਤੇਰਾ ਦਿਲ ਵੀ ਬੜਾ ਵੱਡਾ ਹੀ ਹੈ। ਦਰਵਾਜ਼ਾ ਤੇ ਵੱਡਾ ਬਣਾਇਆ ਹੀ ਹੈ। ਅੱਜ ਮਾਇਆ ਕਰਕੇ ਤਾਂ ਬੜੇ ਵੱਡੇ ਹੋਣਗੇ, ਪਰ ਬਾਣੀ ਕੀ ਕਹਿੰਦੀ, ਕੌਣ ਵੱਡੀ ਮਾਇਆ ਵਡਿਆਈ, ਸੋ ਵੱਡਾ ਜਿਨ ਬੜੋ ਸਾਰੇ ਰਾਮ ਨੇ ਬੁਲਾਈ। ਮਾਰੇ ਕਹਿੰਦੇ ਚਾਚਾ ਫੱਗੂ ਸਾਰਾ ਨਗਰ ਤੈਨੂੰ ਚਾਚਾ ਕਹਿੰਦਾ, ਜਿਵੇਂ ਤੂੰ ਦਰਵਾਜ਼ਾ ਵੱਡਾ ਬਣਾਇਆ ਪਰ ਤੇਰਾ ਦਿਲ ਵੀ ਬੜਾ ਵੱਡਾ। ਮੰਗ ਕੀ ਮੰਗਣਾ ਹੈ? ਮਹਾਰਾਜ ਅੱਗੇ ਹੱਥ ਜੋੜ ਕੇ, ਸੱਚੇ ਪਾਤਸ਼ਾਹ ਜੀ ਤੁਸੀਂ ਬੜੀ ਕਿਰਪਾ ਕੀਤੀ ਹੈ। ਸਾਰਾ ਨਗਰ ਕਹਿੰਦਾ ਸੀ ਗੁਰੂ ਤੇਗ ਬਹਾਦਰ ਸਾਹਿਬ ਨਹੀਂ ਆਉਣਗੇ। ਅਸੀਂ ਤਾਂ ਉਹੀ ਇਤਿਹਾਸ ਸੁਣਦੇ ਹਾਂ ਨਾ, ਮੇਰ ਮੇਰ ਕਹਿੰਦੇ ਮਹਾਰਾਜ ਤੁਸੀਂ ਬੜੀ ਕਿਰਪਾ ਕੀਤੀ ਹੈ। ਮਹਾਰਾਜ ਸਾਰਾ ਨਗਰ ਕਹਿੰਦਾ ਸੀ ਚਾਚਾ ਫੱਗੂ ਇੱਥੇ ਪੈਸੇ ਲਾਤੇ, ਵੱਡਾ ਗੇਟ ਬਣਾ ਲਿਆ। ਮਹਾਰਾਜ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬੈਠੇ ਨਹੀਂ ਆਉਣਗੇ, ਪਰ ਮੈਨੂੰ ਵਿਸ਼ਵਾਸ ਸੀ ਮਹਾਰਾਜ ਤੁਸੀਂ ਆਓਗੇ। ਮਹਾਰਾਜ ਮੇਰੀ ਇਹੀ ਅਰਦਾਸ ਪੂਰੀ ਹੋ ਗਈ, ਹੋਰ ਕੁਝ ਮੰਗਣ ਦੀ ਇੱਛਾ ਹੀ ਨਹੀਂ। ਹੱਥ ਜੁੜ ਗਏ। ਸੱਚੇ ਪਾਤਸ਼ਾਹ ਜੀ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ। ਤੇ ਸਾਧ ਸੰਗਤ ਜੀ ਜਦੋਂ ਮਹਾਰਾਜ ਉੱਤੇ ਤੁਰਨ ਲੱਗੇ, ਤੇ ਜਦੋਂ ਮਹਾਰਾਜ ਚਾਚਾ ਫੱਗੂ ਦੇ ਘਰ ਤੋਂ ਬਾਹਰ ਨਿਕਲੇ ਤੇ ਘੋੜਾ ਚੱਲੇ। ਡਾਕਟਰ ਗੰਡਾ ਸਿੰਘ ਲਿਖਦੇ ਆ ਘੋੜਾ ਚੱਲੇ ਨਾ ਤੇ ਮਹਾਰਾਜ ਕਹਿੰਦੇ ਕੀ ਕਾਰਨ ਹੈ ਘੋੜਾ ਨਹੀਂ ਚੱਲਦਾ? ਕਹਿੰਦੇ ਮਹਾਰਾਜ ਮਰਦ ਤੇ ਉਤਰਜਾਮੀ ਸਨ। ਪੁੱਛਿਆ ਮਹਾਰਾਜ ਨੇ ਜਾਣ ਕੇ, ਮਹਾਰਾਜ ਨਾਲ ਦੇ ਘਰ ਵਿੱਚ ਇੱਕ ਭੈਣ ਤੇ ਭਰਾ ਰਹਿੰਦੇ ਆ, ਉਹ ਤੁਹਾਨੂੰ ਚੇਤੇ ਕਰਦੇ। ਹੁਣ ਦੇਖੋ ਸਾਡੇ ਮਨਾਂ ਵਿੱਚ ਤੇ ਮਾਇਆ ਚਾਹੀਦੀ ਹੈ, ਪਦਾਰਥ ਚਾਹੀਦੇ ਹੈ, ਕਿਸ ਨੂੰ ਕੱਲ ਨੂੰ ਕੀ ਬੋਲਣਾ ਉਹ ਸਾਡੇ ਅੰਦਰ ਚੱਲਦਾ ਰਹਿੰਦਾ ਹੈ। ਜੇ ਕਿਤੇ ਇਹ ਸਾਡੇ ਅੰਦਰ ਵਸ ਜੇ ਮਹਾਰਾਜ, ਅੱਜ ਦਿਨ ਸੱਚੇ ਪਾਤਸ਼ਾਹ ਬਤੀਤ ਹੋਇਆ, ਕਿਰਪਾ ਕਰੀ ਆਉਣ ਵਾਲਾ ਕੱਲ ਦਾ ਦਿਨ ਮੇਰਾ ਧਿਆਨ ਤੇਰੇ ਚਰਨਾਂ ਵਿੱਚ ਜੁੜਿਆ ਰਹੇ। ਔਰ ਮੈਨੂੰ ਪੱਕਾ ਵਿਸ਼ਵਾਸ ਹੈ ਜੇ ਅਰਦਾਸ ਕਰਕੇ ਸੋਵਾਂਗੇ, ਅਗਲਾ ਦਿਨ ਕੁਝ ਨਾ ਕੁਝ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਜ਼ਰੂਰ ਕਰ। ਪਰ ਸਾਡੀ ਆਸ ਹੀ ਨਹੀਂ। ਸਾਡਾ ਕਾਰਜ ਹੀ ਹੋ ਰਿਹਾ। ਸਾਡਾ ਕਾਰਜ ਕੱਲ ਨੂੰ ਮਾਇਆ ਕਿੰਨੀ ਕਰਨੀ, ਕਿੰਨੀ ਕਰਨੀ, ਕੱਲ ਨੂੰ ਕਾਰਜ ਕਿਹੜੇ ਕਰਨੇ ਆ, ਕੱਲ ਨੂੰ ਹੋਰ ਕਿਸੇ ਨੂੰ ਕੀ ਕਰਨਾ। ਮਹਾਰਾਜ ਉਹਨਾਂ ਦੇ ਘਰ ਗਏ। ਅੱਜ ਵੀ ਕਿਤੇ ਜਾਓ ਨਾ, ਪਟਨਾ ਸਾਹਿਬ ਜਾਂਦੇ ਹੋ, ਮੁਬਾਰਕ ਹੈ। ਕਿਤੇ ਸਸਰਾਮ ਪਿੰਡ ਜਾਇਓ, ਏਦਾਂ ਕੋਰਾ ਬਣ ਜਾਏਗਾ। ਉੱਥੇ ਜਾ ਕੇ ਮਹਾਰਾਜ ਜਦੋਂ ਜਾਂਦੇ ਆ ਨਾ, ਬੜੇ ਗੁਰੂ ਸਿੱਖ ਦਾਸ ਲਿਆ ਵੀ, ਪਰ ਇਤਿਹਾਸ ਦਾਸ ਨੇ ਬੜਾ ਬਾਚਿਆ ਦੇ ਬਾਰੇ। ਕਈ ਪੁਸਤਕਾਂ ਡਾਕਟਰ ਗੰਡਾ ਸਿੰਘ ਦੀਆਂ ਨੇ ਪੜ੍ਹੀਆਂ, ਕਵੀ ਰਾਜ ਦੀਆਂ ਪੜ੍ਹੀਆਂ। ਕਹਿੰਦੇ ਜਦੋਂ ਜਿਹੜਾ ਵੀ ਉੱਥੇ ਜਾਂਦਾ ਨਾ, ਉੱਥੇ ਕੋਰਾ ਏਦਾਂ ਦਾ ਬਣ ਜਾਂਦਾ ਕਿ ਮਹਾਰਾਜ ਇੱਥੇ ਬੈਠੇ। ਆਖੋ ਸਤਨਾਮ। ਮਹਾਰਾਜ ਉਹਨਾਂ ਦੇ ਘਰ ਗਏ। ਦੋਨੇ ਸਿਮਰਨ ਵਿੱਚ ਲੀਨ ਗੁਰੂ ਤੇਗ ਬਹਾਦਰ ਸਾਹਿਬ ਆਖੀ ਜਾਣ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ। ਮਹਾਰਾਜ ਅੰਦਰ ਪਹੁੰਚੇ। ਮਹਾਰਾਜ ਨੇ ਸਿਰ ਤੇ ਸਾਧ ਸੰਗਤ ਹੱਥ ਰੱਖਿਆ। ਕੀ ਦੇਖਦੇ ਆ? ਮਹਾਰਾਜ ਖੜੇ ਆ ਗੁਰੂ ਤੇਗ ਬਹਾਦਰ ਸਾਹਿਬ। ਦਰਸ਼ਨ ਕੀਤੇ, ਬਾਗੋ ਬਾਗ ਹੋ ਗਏ। ਮਹਾਰਾਜ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ। ਤੇ ਸਾਧ ਸੰਗਤ ਜੀ ਉੱਥੇ 2 ਗੁਰਦੁਆਰੇ ਸਾਹਿਬ ਬਣੇ ਆ। ਅੱਜ ਵੀ ਕਿਤੇ ਜਾਓ ਨਾ, ਇੱਕ ਤੇ ਚਾਚਾ ਫੱਗੂ ਦੇ ਨਾਮ ਤੇ ਗੁਰੂ ਤੇਗ ਬਹਾਦਰ ਸਾਹਿਬ, ਇੱਕ ਉਹ ਭੈਣ ਤੇ ਭਰਾ ਦੇ ਨਾਮ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਹੈ। ਆਓ ਸਮਾਂ ਸਮਾਪਤੀ ਦਾ। ਬਸ ਇੱਕ ਅਖੀਰਲੇ ਸਮੇਂ ਬੇਨਤੀ ਕਰਦਾ, ਜਿਵੇਂ 5 ਸਹਿਬਾਨਾਂ ਬਾਰੇ ਬਾਣੀ ਅੰਦਰ ਮੈਂ ਆਪ ਜੀ ਨਾਲ ਬਚਨ ਸਾਂਝਾ ਕੀਤਾ ਰਮਦਾਸ ਦੇ, ਕਿ ਹਰ ਗੁਰੂ ਸਾਹਿਬਾਨ ਬਾਰੇ ਬਾਣੀ ਨੇ 5 ਸਹਿਬਾਨਾਂ ਨੇ ਵਡਿਆਈ ਕੀਤੀ ਹੈ। ਜੋਤ ਇੱਕੋ ਹੀ ਹੈ, ਪਰ ਕਿਸੇ ਦੀ ਭਾਵਨਾ ਕਿੱਥੇ ਬਣੀ। ਅਸੀਂ ਪੜ੍ਹਦੇ ਹਾਂ ਗੁਰੂ ਨਾਨਕ ਜੀ ਸੁਣਿਆ ਵੇਖਿਆ। ਜੇ ਗੁਰੂ ਨਾਨਕ ਸਾਹਿਬ ਤੇ ਸਾਡਾ ਧਿਆਨ ਜਾਂਦਾ ਹੈ ਤੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸੁਣਿਆ, ਜਿਨ੍ਹਾਂ ਨੇ ਦੇਖਿਆ, ਉਹ ਗਰਭਜੋਨੀ ਵਿੱਚ ਵੀ। ਗੁਰੂ ਅੰਗਦ ਦੇਵ ਸਾਹਿਬ ਜੀ, ਗੁਰੂ ਅਮਰਦਾਸ ਸਾਹਿਬ ਨੇ ਭੱਲੇ ਅਮਰਦਾਸ ਨੂੰ ਤੇਰੀ ਉਪਮਾ ਦੋਹੇ ਬਨਾਵੇ। ਗੁਰੂ ਰਾਮਦਾਸ ਸਾਹਿਬ ਜੀ, ਧੰਨ ਧੰਨ ਗੁਰੂ ਰਾਮ, ਧੰਨ ਧੰਨ ਰਾਮਦਾਸ ਗੁਰੂ ਜਿਨ ਸਿਰਿਆ ਤਿਨੇ ਸਵਾਰਿਆ। ਮੈਂ ਇਹ ਪੰਕਤੀਆਂ ਤਾਂ ਦੁਹਰਾਈਆਂ ਨੇ ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੋ ਬਚਨ ਕੀਤੇ ਆ ਉਹ ਕਿਤੇ ਸਾਡੇ ਹਿਰਦੇ ਵਿੱਚ ਵਸ ਜਾਣ। ਅੱਜ ਅਸੀਂ ਬੜੀਆਂ ਅਰਦਾਸਾਂ ਕਰਦੇ ਆ ਸਾਧ ਸੰਗਤ ਜੀ, ਕਿਤੇ ਇਹ 2 ਬਚਨ ਪਾਲੇ ਬੰਨੀ
किते कुछ करन दी लोड़ नहीं। गुरु अर्जन साहब के बारे भट्ट साहिबान कहते हैं, तत विचार यह मंत्रा जग तारण को अवतार बनायो, कहते जपयो जिन अर्जन देव गुरु फिर संकट जोर। जेड़ा गुरु तेग बहादुर साहब का नाम प्यार विच लवेगा, मर कहते ओदे संकट गुरु अर्जन साहब दूर कर। हुण आओ गुरु तेग बहादुर साहब जी के जीवन में दोबारा तो जदों गुरु तेग बहादुर साहब जी के बाबत गुरु गोबिंद सिंह साहब महाराज ने लिखा कि एक पंक्ति पहली पूरी पंक्ति गुरु नानक साहब जी प्रथम भगवती सिमर कै गुरु नानक लई ते आए। फिर अगली पंक्ति में तीन गुरु साहबाना का जिक्र कर दिता। फिर अंगद गुरु ते अमरदास रामदास है वही सा अर्जन हर गोबिंद नो। फिर तीसरी पंक्ति में तीन गुरु साहबाना का जीवन अर्जन हर गोबिंद नो सिमरो। जदों अगली पंक्ति आउंदी है वो केवल ते केवल एक पंक्ति विच गुरु हरकृष्ण साहब जी की वडियाई श्री हरकृष्ण ते आई है जिस जिथे। हुण आओ ये दो पंक्तियां सारी संगत अज सरना परिवार नूं महाराज ने खुशियां बख्शियां। मैं कहना ये खुशियां सदा ही साडे मन विच बणियां क्योंकि साध संगत जी माया सानू खुश नहीं कर सकती, पदार्थ कदे सानू खुश नहीं कर सकते, साडे मन विच ये खेड़ा नहीं बना सकते जेड़ा खेड़ा गुरु तेग बहादुर साहब बना सकता है। आओ रागी साहबान भी पहुंच चुके हैं। मैं बेनती करा एक बारी सारी संगत बड़े प्यार के नाल आओ इन पंक्तियां दी साथ करिए। फिर समाप्ति है। तेग बहादुर सिमरे तेग बहादुर सिमरे तेग बहादुर सिमरे तेग बहादुर सिमरे। करनो निंद आवे ताए करनो निंद आवे ताए करनो निंद आवे ताए करनो निंद आवे ताए। सब थाई होए सहाय सब थाई होए सहाय सब थाई होए सहाय सब थाई होए सहाय। ये दृढ़ता ये विश्वास ये आस साडे मनां विच बनी रहे। जिवें छोटा बच्चा होता है ते जो पिता कह देना उन गल नूं प्रवान कर देता है, भावें जो मर्जी दुनिया कहती रहे पर पिता कह दे पुत्र ये गल सही है ते फिर बच्चा कहता मेरे प्यो ने आखी ये गल सही है। मां ये गल कह दे ते धी फिर मान लैंदी है कि जो मां ने कहा वो सच है। पर किते अज ये गल असीं विसार बैठे। गुरु गोबिंद सिंह साहब ने बचन सच्चे पातशाह जी ने बचन किए गुरु के सिखो कि गुरु तेग बहादुर पिता साडे सतगुर सच्चे पातशाह जी के बाबत महाराज ने बचन कहे। इस रोज अरदास विच पढ़दे हां तेग बहादुर सिमरिया घर नौ ने दावे ताए। ये विश्वास मैनूं गुरु के चरणों विच गुरु के हजूरी अंदर कह रहे हैं। जदों गुरु तेग बहादुर साहब नूं सिमरोगे जदों गुरु तेग बहादुर साहब नूं चेते करोगे बड़े होंदे अरदास कोल ज्ञानी जी कारोबार तो बड़े घाटे हैं परिवार तो बड़ी दुख तकलीफां ने। मैं बेनती करा 5 मिनट 10 मिनट कल तो आरंभ कर दिओ देखोगे दुख नेड़े नहीं आए। केवल गुरु तेग बहादुर साहब का नाम लैके धन श्री गुरु तेग बहादुर साहब महाराज गुरु गोबिंद सिंह साहब कहते हैं कि साडे पिता के नाम विच ऐसी वडियाई है। कहते गुरु तेग बहादुर सिमरे घर नौ निध आवे ताए। कहते उस घर विच किसी चीज की थोड़ नहीं रही। नौ निध का वचन होर भी कई बार गुरु साहब ने बाणी विच कहा नौ निध अमृत प्रभ का वो डूंगी विचार है। गुरु तेग बहादुर साहब सच्चे पातशाह जी नूं जेड़ा सिमरदा है सच्चाई है। मैं बड़े परिवार देखे है जदों भी उन्हां नाल गल करिए ना उन्हां दे मुख तो एक कोई गल निकलदी है गुरु तेग बहादुर साहब किरपा कर। किते साडे मनां विच साडे मन ते किते गल पक्की बैठ गई। असीं बड़ियां गल्लां करदे हां बड़ियां विचारां करदे हां
ਤੇ ਅੱਜ ਤੋਂ ਪ੍ਰਣ ਕਰ ਲਓ, ਜਿੱਥੇ ਮਹਾਰਾਜ ਨੇ ਸਤਨਾਮ ਪਰਿਵਾਰ ਨੂੰ ਖੁਸ਼ੀਆਂ ਬਖਸ਼ੀਆਂ, ਗੁਰੂ ਤੇਗ ਬਹਾਦਰ ਸਾਹਿਬ ਇੱਕੋ ਹੀ ਅਰਦਾਸ ਹੈ, ਮੇਰੀ ਰਸਨਾ ਤੇ ਤੇਰਾ ਨਾਮ ਆਵੇ। ਆਖੋ ਸਤਨਾਮ। ਜਿਸ ਰਸਨਾ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਆ ਜਾਂਦਾ ਹੈ, ਮੈਂ ਕਹਿੰਦਾ ਦੁਨਿਆਵੀ ਘਰ ਦਾ ਆਨੰਦਮਈ ਹੋ ਜਾਂਦਾ ਹੈ। ਇਹ ਜਿਹੜਾ ਸਾਧ ਸੰਗਤ ਦੀ ਮਨੁੱਖਾ ਘਰ, ਇਹ ਜਿਹੜਾ ਸਾਨੂੰ ਦੇਹੀ ਸਤਿਗੁਰ ਨੇ ਬਖਸ਼ਿਸ਼ ਕੀਤੀ ਹੈ, ਇਸ ਦੇਹੀ ਵਿੱਚ ਵੀ ਆਨੰਦ ਬਣਦਾ ਹੈ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਹੁਣ ਸਾਡੇ ਕੋਲ ਮਾਇਆ ਬੜੀ ਹੈ, ਪਦਾਰਥ ਬੜੇ ਹੈ, ਸਭ ਕੁਝ ਹੈ, ਪਰ ਮੈਂ ਕਈ ਪਰਿਵਾਰ ਦੇਖਦਾ ਅੰਦਰੋਂ ਮਨ ਖੜਿਆ ਨਹੀਂ ਹੁੰਦਾ। ਅੰਦਰੋਂ ਸਾਧ ਸੰਗਤ ਜੀ ਕਿਸੇ ਨਾ ਕਿਸੇ ਵਿਰਾਗ ਵਿੱਚ, ਕਿਸੇ ਨਾ ਕਿਸੇ ਟੈਨਸ਼ਨ ਚਿੰਤਾ ਵਿੱਚ ਰਹਿੰਦੇ ਹੈ। ਉਹ ਕਾਰਨ ਹੈ ਕਿਉਂਕਿ ਸਤਿਗੁਰ ਦਾ ਧਿਆਨ ਸਾਡੇ ਤੋਂ ਵਿਸਰ ਗਿਆ। ਮੈਂ ਕਹਿੰਦਾ ਅੱਜ ਧਿਆਨ ਧਰ ਲਈਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ। ਜਦੋਂ ਵੀ ਕੋਈ ਗੱਲ ਕਰੀਏ, ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਤਾਂ ਹੀ ਸਾਨੂੰ ਖਾਲਸੇ ਨੂੰ ਫਤਿਹ ਬਖਸ਼ੀ ਹੈ ਕਿ ਜਿੱਥੇ ਵੀ ਘਰੋਂ ਨਿਕਲੇ, ਦਾਦੇ ਨੂੰ ਮਿਲੇ, ਪਿਓ ਨੂੰ ਮਿਲੇ, ਮਾਂ ਨੂੰ ਮਿਲੇ, ਜਿੱਥੇ ਵੀ ਕਿਸੇ ਨੂੰ ਮਿਲੇ ਤੇ ਫਤਿਹ ਦੀ ਸਾਂਝ ਕਰੇ, ਕਿਉਂਕਿ ਫਤਿਹ ਵਿੱਚ ਪਰਮੇਸ਼ਰ ਦਾ ਨਾਮ ਹੈ। ਇਹ ਗੱਲਾਂ ਭੁੱਲ ਗਏ ਅਸੀਂ। ਇਹ ਬੜੀਆਂ ਬਖਸ਼ਿਸ਼ਾਂ ਵਾਲੀਆਂ ਗੱਲਾਂ ਸੀ, ਸਾਡੇ ਮਨਾਂ ਵਿੱਚੋਂ ਗੱਲਾਂ ਨਿਕਲ ਗਈਆਂ। ਅੱਜ ਤੇ ਫਤਿਹ ਕਿੱਥੇ ਬੁਲਾਉਂਦੇ ਆ। ਆਪ ਥੋੜਾ ਸਮਾਂ ਪਹਿਲਾਂ ਚਲ ਜਾਓ, ਸਾਧ ਸੰਗਤ ਜੀ ਜਦੋਂ ਦਾਸ ਤੇ ਦਾਦਾ ਜੀ ਕੋਲ ਸਵੇਰੇ ਜਾਣਾ ਨਾ, ਤੇ ਜੇ ਫਤਿਹ ਨਾ ਬੁਲਾਉਣੀ ਤੇ ਸਾਰਾ ਦਿਨ ਬੋਲਣਾ ਹੀ ਨਾ, ਗੱਲ ਹੀ ਨਾ ਕਰਨਾ। ਕੀ ਕਾਰਨ ਹੈ? ਉਧਰ ਤੋਂ ਫਤਿਹ ਨਹੀਂ ਬੁਲਾਈ। ਗੁਰੂ ਤੇਗ ਬਹਾਦਰ ਸਾਹਿਬ ਬਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਬਚਨ ਕਰਦੇ ਆ ਕਿ ਜਿਹੜਾ ਵੀ ਮਹਾਰਾਜ ਨੂੰ ਆਪਣੀ ਰਸਨਾ ਤੇ ਲਿਆਵੇਗਾ, ਮਹਾਰਾਜ ਕਹਿੰਦੇ ਦੁਨਿਆਵੀ ਘਰ ਵਿੱਚ ਤਾਂ ਕਿਸੇ ਚੀਜ਼ ਦੀ ਥੋੜ ਨਹੀਂ ਰਹੇਗੀ, ਇਸ ਹਿਰਦੇ ਘਰ ਵਿੱਚ ਵੀ ਸਦਾ ਆਨੰਦ ਬਣਦੇ। ਆਖੋ ਸਤਨਾਮ। ਅਗਲਾ ਬਚਨ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਬਚਨ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਕਹਿੰਦੇ ਸਭ ਥਾਈਂ, ਪੜੋ ਸਾਰੇ ਇੱਕ ਵਾਰੀ ਕਰੋ ਕਿ ਸਭ ਥਾਈਂ ਹੋਏ ਸਹਾਇ। ਕਹਿੰਦੇ ਕੋਈ ਜਿੱਥੇ ਮਰਜ਼ੀ ਹੋਵੇ, ਦੇਸ਼ ਪ੍ਰਦੇਸ਼ ਵਿੱਚ ਬੈਠਾ ਹੋਵੇ, ਕੋਈ ਵਿਪਤਾ ਆ ਘੜੀ ਹੋਵੇ, ਵੱਡੇ ਤੋਂ ਵੱਡਾ ਦੁੱਖ ਆਇਆ ਹੋਵੇ, ਕਹਿੰਦੇ ਮੇਰੇ ਪਿਤਾ ਨੂੰ ਚਿੰਤੇ ਕਰ ਲਿਓ। ਉਸੇ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੁੱਖ ਨੂੰ ਦੂਰ ਕਰ ਦਿੱਤਾ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਗੁਰੂ ਕੇ ਮਹਿਲ ਵਿੱਚ ਹੋਇਆ ਨਾ, ਮੈਂ ਸਮਾਪਤੀ ਕਰਾਂ, ਰਾਗੀ ਸਾਹਿਬਾਨ ਪਹੁੰਚ ਚੁੱਕੇ ਹੈ, ਤੇ ਗੁਰੂ ਕੇ ਸਿੱਖਾਂ ਨੇ ਮਹਾਰਾਜ ਨੂੰ ਬਚਨ ਕੀਤਾ। ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਨ ਸੁਣਦੇ ਪਏ ਸੀ, ਆਸਾ ਜੀ ਕੀ ਬਾਤ, ਤੇ ਮਹਾਰਾਜ ਕੋਲ ਆਏ, ਸੱਚੇ ਪਾਤਸ਼ਾਹ ਜੀ ਆਪ ਜੀ ਦੇ ਘਰ ਸਾਹਿਬਜ਼ਾਦਿਆਂ ਨੇ ਜਨਮ ਲਿਆ। ਤੇ ਮਹਾਰਾਜ ਬਾਹਰ ਆਏ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੋਦੀ ਵਿੱਚ ਲਿਆ ਤੇ ਕੁਝ ਸਮਾਂ ਦੇਖਦੇ ਰਹੇ। ਬਾਬਾ ਬਿਧੀ ਚੰਦ ਕਹਿੰਦੇ ਮਹਾਰਾਜ ਕੀ ਕਾਰਨ ਹੈ, ਤੁਸੀਂ ਦੇਖ ਰਹੇ ਹੋ? ਕਹਿੰਦੇ ਇਹ ਦੀਨਾ ਬੰਧੂ ਹੋਵੇਗਾ, ਇਹ ਦੁੱਖ ਹਰਨਾ ਹੋਵੇਗਾ। ਮਹਾਰਾਜ ਐਸੇ ਕਵੀ ਰਾਜ ਬਚਨ ਲਿਖਦੇ ਆ ਕਿ ਦਿਨਾਂ ਉੱਤੇ ਦਇਆ ਕਰਨ ਵਾਲਾ ਹੋਵੇਗਾ, ਵੱਡੇ ਤੋਂ ਵੱਡਾ ਦੁੱਖ ਦੀ ਜ਼ਿੰਦਗੀ ਚ ਆ ਜਾਏਗਾ, ਇਹ ਦੁੱਖ ਦੂਰ ਕਰਦਾ। ਅੱਜ ਸਾਡੇ ਮਨਾਂ ਚ ਇਹ ਗੱਲਾਂ ਦੂਰ ਹੋ ਗਈਆਂ। ਬੇਨਤੀ ਕਰਾਂ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਆ ਰਿਹਾ ਤੇ ਸਾਧ ਸੰਗਤ ਜੀ ਉੱਥੇ ਸਾਡੇ ਮਨਾਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਸਦੇ, ਸਤਿਗੁਰੂ ਦਾ ਨਾਮ ਸਾਡੀ ਰਸਨਾ ਤੇ ਆ ਜੇ ਤੇ ਫਿਰ ਇਹ ਮਹਾਰਾਜ ਦੇ ਬਚਨ ਸਦਾ ਹੀ ਪੂਰੇ ਹੈ, ਸਦਾ ਹੀ ਅਟਲ ਹੈ। ਤੇਗ ਬਹਾਦਰ ਸਿਮਰਿਆ ਧਰਮ ਨੌ ਨਿਗਾਵੇ ਧਾਏ, ਸਭ ਥਾਈਂ ਹੋਏ ਸਹਾਇ। ਗੁਰੂ ਕੀ ਵਿਚਾਰ ਕਰਦੇ ਆ, ਭੁੱਲਣ ਅੰਦਰ ਸਭ ਭਾਵ ਭੁੱਲ ਗੁਰੂ ਕਰਤਾਰ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਨੇ। ਸਾਧ ਸੰਗਤ ਜੀ ਬੇਨਤੀ ਕਰਾਂ, ਆਪ ਬਖਸ਼ਣ ਯੋਗ ਨੇ, ਬਖਸ਼ ਲੈਣਾ, ਸੀਸਾਂ ਦੇਣੀਆਂ। ਇੱਕ ਮੈਂ ਬੇਨਤੀ ਤਾਂ ਕਰ ਰਿਹਾ, ਬਾਹਰ ਬੋਰਡ ਵੀ ਲਗਾਇਆ ਹੋਇਆ ਹੈ, ਕਿਉਂਕਿ ਰੋਜ਼ਾਨਾ ਦਾਸ ਕੋਈ ਨਾ ਕੋਈ ਗੁਰੂ ਕੀ ਬਾਣੀ ਦੀ ਵਿਚਾਰ ਜਾਂ ਸਾਧ ਸੰਗਤ ਕੋਈ ਨਾ ਕੋਈ ਸਾਖੀ ਲੈ ਕੇ ਚੱਲਦਾ ਹੈ। ਜਿਵੇਂ ਅੱਜ ਚਾਚਾ ਫੱਗੂ ਦਾ ਇਤਿਹਾਸ ਜੋ ਸਸਰਾਮ ਪਿੰਡ ਦੇ ਰਹਿਣ ਵਾਲੇ ਆਪ ਜੀ ਨੂੰ ਸਰਵਣ ਕਰਵਾਇਆ। ਰੋਜ਼ਾਨਾ ਦਾਸ ਇੱਕ ਨਾ ਇੱਕ ਸਾਖੀ ਗੁਰੂ ਕੀ ਵਿਚਾਰ ਨੈਟ ਤੇ ਪਾਉਂਦਾ ਹੈ। ਬਾਹਰ ਬੋਰਡ ਵੀ ਲਗਾਇਆ ਦਾਸ ਨੇ, ਚਮਨ ਸਿੰਘ ਦਮਦਮੀ ਟਕਸਾਲ YouTube ਚੈਨਲ ਬਣਾਇਆ, ਜਰੂਰ ਨੂੰ ਸਬਸਕ੍ਰਾਈਬ ਕਰੋ ਤੇ ਸਾਧ ਸੰਗਤ ਜੋ ਰੋਜ਼ਾਨਾ ਦੀ ਵਿਚਾਰ ਆਪ ਜੀ ਸਰਵਣ ਕਰ ਸਕਦੇ ਹੋ। ਇਹ ਲਾਹਾ ਲਓ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਹੁਣ ਆਪ ਜੀ ਦੇ ਸਨਮੁਖ ਜਥਾ ਪਹੁੰਚ ਚੁੱਕੇ ਆ, ਬੜੇ ਪਿਆਰ ਦੇ ਨਾਲ ਆਓ ਘੰਟੇ ਲਈ ਕੀਰਤਨ ਸਰਵਣ ਕਰੋ। ਦੇਵ ਸੀਸਾਂ ਬੁਲਾਓ, ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ